ਗੁੱਡ ਮਾਰਨਿੰਗ ਐਵਰੀਬਾਡੀ। ਅੱਜ ਦਾ ਟੌਪਿਕ ਹੈ ਰਿਟੇਲ ਵਪਾਰ ਵਿੱਚ ਵੱਖ-ਵੱਖ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ। ਸਭ ਤੋਂ ਪਹਿਲਾਂ ਇਸ ਟੌਪਿਕ ਦਾ ਮਤਲਬ ਸਮਝਦੇ ਹਾਂ। ਜਿਵੇਂ ਕਿ ਰਿਟੇਲ ਵਪਾਰ ਜਿਸ ਵਿੱਚ ਸ਼ਾਪਿੰਗ ਮਾਲ ਜਾਂ ਰਿਟੇਲ ਸਟੋਰ ਆ ਜਾਂਦੇ ਹਨ, ਤਾਂ ਉਸ ਵਿੱਚ ਵੱਖ-ਵੱਖ ਕਰਮਚਾਰੀ ਕੰਮ ਕਰਦੇ ਹਨ। ਤਾਂ ਉਹਨਾਂ ਕਰਮਚਾਰੀਆਂ ਦੀਆਂ ਕੀ ਭੂਮਿਕਾਵਾਂ ਜਾਂ ਜ਼ਿੰਮੇਵਾਰੀਆਂ ਹੁੰਦੀਆਂ ਹਨ। ਰਿਟੇਲ ਵਪਾਰ ਵਿੱਚ ਮੁੱਖ 3 ਭੂਮਿਕਾਵਾਂ ਹੁੰਦੀਆਂ ਹਨ। ਪਹਿਲਾ ਹੈ ਵਸਤੂ ਪ੍ਰਬੰਧ, ਦੂਸਰਾ ਹੈ ਰਿਟੇਲ ਸਟੋਰ ਵਾਸਤੇ ਖਰੀਦਦਾਰੀ, ਤੀਸਰਾ ਹੈ ਸਟੋਰ ਦਾ ਸਮੁੱਚਾ ਪ੍ਰਬੰਧ। ਸਭ ਤੋਂ ਪਹਿਲਾਂ ਹੈ ਵਸਤੂ ਪ੍ਰਬੰਧ। ਇਸ ਵਿੱਚ ਵਸਤੂ ਪ੍ਰਬੰਧਕ ਇਹ ਧਿਆਨ ਰੱਖਦਾ ਹੈ ਕਿ ਕਿਹੜੇ ਸਟੋਰ ਵਿੱਚ ਕਿਹੜੀ ਵਸਤੂ ਕਿਹੜੇ ਸਮੇਂ ਲਈ ਉਪਲਬਧ ਰਹਿਣੀ ਚਾਹੀਦੀ ਹੈ। ਇਸ ਨੂੰ ਆਪਾਂ ਇੱਕ ਉਦਾਹਰਨ ਦੇ ਨਾਲ ਸਮਝਦੇ ਹਾਂ। ਜਿਵੇਂ ਕਿ ਬਠਿੰਡਾ ਦੇ ਵਿੱਚ ਇੱਕ ਬਿੱਗ ਬਾਜ਼ਾਰ ਦਾ ਸਟੋਰ ਹੈ, ਉਸੇ ਤਰ੍ਹਾਂ ਹੀ ਮਾਨਸਾ ਦੇ ਵਿੱਚ ਵੀ ਇੱਕ ਬਿੱਗ ਬਾਜ਼ਾਰ ਦਾ ਸਟੋਰ ਹੈ। ਤਾਂ ਹੋ ਸਕਦਾ ਹੈ ਕਿ ਦੋਨਾਂ ਸਟੋਰਾਂ ਨੂੰ ਇੱਕ ਹੀ ਵਸਤੂ ਪ੍ਰਬੰਧਕ ਧਿਆਨ ਵਿੱਚ ਰੱਖਦਾ ਹੋਵੇਗਾ। ਤਾਂ ਇਸ ਲਈ ਵਸਤੂ ਪ੍ਰਬੰਧਕ ਨੂੰ ਇਹ ਧਿਆਨ ਰੱਖਣਾ ਪਵੇਗਾ ਕਿ ਮਾਨਸਾ ਦੇ ਵਿੱਚ ਕਿਹੜੀ ਚੀਜ਼ ਕਦੋਂ ਚਾਹੀਦੀ ਹੈ, ਕਿੰਨੀ ਵਸਤੂ ਚਾਹੀਦੀ ਹੈ, ਕਿੰਨੀ ਗਿਣਤੀ ਚਾਹੀਦੀ ਹੈ, ਤੇ ਬਠਿੰਡਾ ਦੇ ਵਿੱਚ ਕਿਹੜੀ ਵਸਤੂ ਕਿਹੜੇ ਸਮੇਂ ਲਈ ਚਾਹੀਦੀ ਹੈ। ਤਾਂ ਮੇਨ ਕੰਮ ਇਹਨਾਂ ਦਾ ਇਹੀ ਹੁੰਦਾ ਹੈ ਕਿ ਇਹਨਾਂ ਨੇ ਸਟੋਰਸ ਦੇ ਵਿੱਚ ਵਸਤੂਆਂ ਨੂੰ ਉਪਲਬਧ ਕਰਾਉਣਾ ਹੁੰਦਾ ਹੈ। ਵਸਤੂ ਪ੍ਰਬੰਧਕ ਦੀ ਭੂਮਿਕਾ ਪਹਿਲਾ ਹੈ ਸਟਾਕ ਬਾਰੇ ਜਾਣਕਾਰੀ ਰੱਖਣਾ। ਰਿਟੇਲ ਸਟੋਰ ਦੇ ਵਿੱਚ ਵਸਤੂ ਪ੍ਰਬੰਧਕ ਸਟਾਕ ਬਾਰੇ ਜਾਣਕਾਰੀ ਰੱਖਦਾ ਹੈ, ਕਿਉਂਕਿ ਫਿਰ ਹੀ ਉਸ ਨੂੰ ਪਤਾ ਲੱਗੇਗਾ ਕਿ ਕਿਹੜੀ ਵਸਤੂ ਦੀ ਕਮੀ ਹੈ, ਕਿਹੜੀ ਵਸਤੂ ਦੀ ਜ਼ਿਆਦਾ ਸੇਲ ਹੁੰਦੀ ਹੈ ਅਤੇ ਕਿਹੜੀ ਵਸਤੂ ਇੱਥੇ ਉਪਲਬਧ ਕਰਾਉਣੀ ਚਾਹੀਦੀ ਹੈ। ਦੂਸਰਾ ਹੈ ਵਸਤੂ ਪ੍ਰਬੰਧਕ ਸਟੋਰ ਮੈਨੇਜਰ ਤੋਂ ਸੇਲ ਦੀ ਜਾਣਕਾਰੀ ਰੱਖਦਾ ਹੈ, ਕਿੰਨੀ ਵਿਕਰੀ ਹੋ ਗਈ ਹੈ, ਠੀਕ ਹੈ, ਅਤੇ ਸਟੋਰ ਦੀਆਂ ਗਤੀਵਿਧੀਆਂ ਬਾਰੇ ਫੀਡਬੈਕ ਲੈਂਦਾ ਰਹਿੰਦਾ ਹੈ। ਸਟੋਰ ਮੈਨੇਜਰ ਦੇ ਨਾਲ ਵਸਤੂ ਪ੍ਰਬੰਧਕ ਆਪਸ ਵਿੱਚ ਦੀ ਹਮੇਸ਼ਾ ਹੀ ਗੱਲਬਾਤ ਕਰਦੇ ਰਹਿੰਦੇ ਹਨ, ਕਮਿਊਨੀਕੇਸ਼ਨ ਕਰਦੇ ਰਹਿੰਦੇ ਹਨ, ਕਿਉਂਕਿ ਸਟੋਰ ਮੈਨੇਜਰ ਵਸਤੂ ਪ੍ਰਬੰਧਕ ਨੂੰ ਉੱਥੋਂ ਦੀ ਵਿਕਰੀ ਬਾਰੇ ਜਾਣਕਾਰੀ ਦੱਸਦਾ ਹੈ ਅਤੇ ਸਟੋਰ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੱਸਦਾ ਹੈ। ਤੀਸਰਾ ਹੈ ਸਟੋਰ ਮੈਨੇਜਰ ਤੋਂ ਸਟੋਰ ਦੇ ਮੁੱਢਲੇ ਆਦੇਸ਼ਾਂ ਬਾਰੇ ਜਾਣਕਾਰੀ ਰੱਖਣਾ। ਵਸਤੂ ਪ੍ਰਬੰਧਕ ਸਟੋਰ ਮੈਨੇਜਰ ਨਾਲ ਕਮਿਊਨੀਕੇਸ਼ਨ ਇਸ ਕਰਕੇ ਵੀ ਰੱਖਦਾ ਹੈ ਕਿ ਸਟੋਰ ਮੈਨੇਜਰ ਤੋਂ ਪਤਾ ਚੱਲ ਸਕੇ ਕਿ ਇਹ ਕੰਪਨੀ ਜਿਹੜੀ ਹੈਗੀ ਹੈ ਕਿਹੜੇ ਪ੍ਰੋਡਕਟ ਵੇਚਣਾ ਚਾਹੁੰਦੀ ਹੈ। ਜਿਵੇਂ ਆਪਾਂ ਇਸ ਪਿਕਚਰ ਦੇ ਵਿੱਚ ਦੇਖ ਰਹੇ ਹਾਂ, ਜੋ ਵੀ ਵਸਤੂਆਂ ਇੱਥੇ ਉਪਲਬਧ ਹਨ, ਜੀਨਸ ਜਾਂ ਸ਼ਰਟਸ ਪਈਆਂ ਹਨ ਨਾ, ਤਾਂ ਇਹ ਵਸਤੂ ਪ੍ਰਬੰਧਕ ਨੇ ਹੀ ਇਸ ਸਟੋਰ ਦੇ ਵਿੱਚ ਉਪਲਬਧ ਕਰਾਈਆਂ ਹਨ। ਵਸਤੂ ਪ੍ਰਬੰਧਕ ਗਤੀਵਿਧੀਆਂ ਜੋ ਕਿ ਦੇਖਦਾ ਹੈ ਕਿ ਵਸਤੂਆਂ ਨੂੰ ਚੰਗੀ ਤਰ੍ਹਾਂ ਕਿਵੇਂ ਡਿਸਪਲੇ ਕੀਤਾ ਹੈ ਕਿ ਨਹੀਂ। ਜੇਕਰ ਵਸਤੂਆਂ ਬਹੁਤ ਵਧੀਆ ਤਰੀਕੇ ਨਾਲ ਡਿਸਪਲੇ ਹੋਈਆਂ ਹਨ, ਉਹਨਾਂ ਉੱਤੇ ਰੌਸ਼ਨੀ ਵਧੀਆ ਪੈ ਰਹੀ ਹੈ, ਤਾਂ ਵਸਤੂਆਂ ਦੀ ਵਿਕਰੀ ਵੀ ਜ਼ਿਆਦਾ ਹੋਵੇਗੀ। ਇਸ ਲਈ ਸਟੋਰ ਦੀਆਂ ਗਤੀਵਿਧੀਆਂ ਜ਼ਰੂਰ ਉਹ ਚੈੱਕ ਕਰਦਾ ਹੈ। ਫਿਰ ਜਦੋਂ ਵਸਤੂ ਪ੍ਰਬੰਧਕ ਆਪਣੀ ਖਰੀਦਦਾਰੀ ਵਾਸਤੇ ਸਟੋਰ ਦੀਆਂ ਵਸਤੂਆਂ ਉਪਲਬਧ ਕਰਾਉਣ ਵਾਸਤੇ ਕਿਹੜੀ ਵਸਤੂ ਕਦੋਂ ਚਾਹੀਦੀ ਹੈ ਸਾਰੀ ਲਿਸਟ ਬਣਾ ਕੇ ਉਹ ਸਟੋਰ ਵਿੱਚ ਖਰੀਦਦਾਰੀ ਟੀਮ ਨੂੰ ਉਹ ਲਿਸਟ ਦੇ ਦਿੰਦਾ ਹੈ। ਉਸ ਤੋਂ ਬਾਅਦ ਕੰਮ ਖਰੀਦਦਾਰੀ ਟੀਮ ਦਾ ਸ਼ੁਰੂ ਹੋ ਜਾਂਦਾ ਹੈ। ਖਰੀਦਦਾਰੀ ਟੀਮ ਫਿਰ ਉਹਨਾਂ ਵਸਤੂਆਂ ਵਾਸਤੇ ਬ੍ਰਾਂਡ ਜਾਂ ਸਪਲਾਇਰ ਨੂੰ ਲੱਭਦੀ ਹੈ। ਮੰਨ ਲਓ ਇੱਕ 15 ਰੁਪਏ ਵਾਲੀ ਪੈਕਿੰਗ ਦੀ ਟੁੱਥਪੇਸਟ ਸਟੋਰ ਵਾਸਤੇ ਖਰੀਦਣੀ ਹੈ, ਤਾਂ ਇਸ ਵਾਸਤੇ ਖਰੀਦਦਾਰੀ ਟੀਮ ਸਭ ਤੋਂ ਪਹਿਲਾਂ ਇਹਦੇ ਬ੍ਰਾਂਡ ਨੂੰ ਦੇਖੇਗੀ ਵੀ ਕਿਹੜੇ ਬ੍ਰਾਂਡ ਤੋਂ ਆਪਾਂ ਵਸਤੂਆਂ ਖਰੀਦੀਏ। ਹੁਣ ਮੰਨ ਲਓ ਪੈਪਸੋਡੈਂਟ ਟੁੱਥਪੇਸਟ ਨੂੰ ਖਰੀਦਣ ਦਾ ਨਿਰਣਾ ਲੈ ਲਿਆ ਹੈ, ਤਾਂ ਇਸ ਲਈ ਪੈਪਸੋਡੈਂਟ ਦੇ ਡਿਸਟਰੀਬਿਊਟਰ ਨਾਲ ਮਿਲਿਆ ਜਾਵੇਗਾ। ਖਰੀਦਦਾਰੀ ਟੀਮ ਦੇ ਜਿਹੜੇ ਮੈਂਬਰ ਹੋਣਗੇ ਪੈਪਸੋਡੈਂਟ ਦੇ ਡਿਸਟਰੀਬਿਊਟਰ ਨੂੰ ਮਿਲਣਗੇ। ਉਸ ਤੋਂ ਬਾਅਦ ਉਸ ਦੀ ਗੁਣਵੱਤਾ ਚੈੱਕ ਕਰਨਗੇ ਕਿ ਪੈਪਸੋਡੈਂਟ ਜਿਹੜੀ ਟੁੱਥਪੇਸਟ ਹੈ ਉਹਦੀ ਕੁਆਲਿਟੀ ਸਾਡੇ ਸਟੈਂਡਰਡ ਦੇ ਨਾਲ ਮਿਲਦੀ ਹੈ ਕਿ ਨਹੀਂ। ਉਸ ਤੋਂ ਬਾਅਦ ਜੇ ਗੁਣਵੱਤਾ ਮਿਲਦੀ ਹੈ ਤਾਂ ਉਸ ਤੋਂ ਬਾਅਦ ਜਿਹੜੀ ਖਰੀਦਦਾਰੀ ਟੀਮ ਹੈ
ਉਹ ਉਹਨਾਂ ਨਾਲ ਸਮਝੌਤਾ ਜਾਂ ਐਗਰੀਮੈਂਟ ਕਰੇਗੀ ਕਿ ਇਸ ਤਰੀਕ ਨੂੰ ਇਸ ਮਹੀਨੇ ਵਾਸਤੇ ਸਾਨੂੰ ਇੰਨੀ ਟੂਥਪੇਸਟ ਚਾਹੀਦੀ ਹੈ, ਉਸ ਦੀ ਪੇਮੈਂਟ ਤੁਹਾਨੂੰ ਇਸ ਤਰੀਕ ਨੂੰ ਕਰ ਦਿੱਤੀ ਜਾਵੇਗੀ। ਫਿਰ ਲਾਸਟ 'ਤੇ ਆ ਜਾਂਦਾ ਹੈ ਕਿ ਵਸਤੂਆਂ ਦੀ ਸਮੇਂ ਸਿਰ ਪਹੁੰਚ ਜ਼ਰੂਰੀ ਬਣਾਈ ਜਾਂਦੀ ਹੈ, ਕਿਉਂਕਿ ਅਗਰ ਵਸਤੂਆਂ ਟਾਈਮ ਸਿਰ ਨਹੀਂ ਪਹੁੰਚਦੀਆਂ, ਲੇਟ ਪਹੁੰਚਦੀਆਂ ਹਨ, ਤਾਂ ਹੋ ਸਕਦਾ ਹੈ ਕਿ ਉਹਨਾਂ ਵਸਤੂਆਂ ਦੀ ਜਿਹੜੀ ਡਿਮਾਂਡ ਹੈਗੀ ਹੈ ਉਹ ਖਤਮ ਹੋ ਜਾਵੇ, ਤਾਂ ਫਿਰ ਉਹਨਾਂ ਵਸਤੂਆਂ ਦਾ ਸਟੋਰ ਦੇ ਵਿੱਚ ਕੋਈ ਫਾਇਦਾ ਨਹੀਂ ਹੁੰਦਾ। ਇਸ ਲਈ ਉਸ ਤੋਂ ਅੱਗੇ ਜਦੋਂ ਮੰਨ ਲਓ ਸਟੋਰ ਦੀ ਖਰੀਦਦਾਰੀ ਟੀਮ ਹੈ, ਉਹ ਵਸਤੂਆਂ ਨੂੰ ਢੋਆ ਢਵਾਈ ਕਰਵਾ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੋਂ ਲਿਆਉਂਦੀ ਹੈ, ਸਟੋਰ ਦੇ ਵਿੱਚ ਉਹਨਾਂ ਵਸਤੂਆਂ ਨੂੰ ਉਪਲਬਧ ਕਰਾਉਂਦੀ ਹੈ ਅਤੇ ਉਹਨਾਂ ਦੀ ਡਿਸਪਲੇ ਵਗੈਰਾ ਦਾ ਧਿਆਨ ਵੀ ਰੱਖਦੀ ਹੈ। ਹੁਣ ਜਦੋਂ ਸਾਰੀਆਂ ਵਸਤੂਆਂ ਸਟੋਰ ਦੇ ਵਿੱਚ ਵੀ ਆ ਗਈਆਂ, ਤਾਂ ਹੁਣ ਸਟੋਰ ਦੇ ਵਿੱਚ ਇੱਕ ਸਟੋਰ ਮੈਨੇਜਰ ਹੁੰਦਾ ਹੈ, ਜਿਹੜਾ ਕਿ ਸਟੋਰ ਦੀਆਂ ਸਾਰੀ ਗਤੀਵਿਧੀਆਂ ਦਾ ਧਿਆਨ ਰੱਖਦਾ ਹੈ। ਇਸ ਦੀ ਮੇਨ ਭੂਮਿਕਾ ਇਹ ਹੁੰਦੀ ਹੈ ਕਿ ਵਸਤੂ ਪ੍ਰਬੰਧਕ ਦੁਆਰਾ ਬਣਾਈ ਗਈ ਯੋਜਨਾ ਨੂੰ ਲਾਗੂ ਕਰਦਾ ਹੈ। ਸਟੋਰ ਮੈਨੇਜਰ ਵਸਤੂ ਪ੍ਰਬੰਧਕ ਦੇ ਨਾਲ ਹਮੇਸ਼ਾ ਹੀ ਗੱਲਬਾਤ ਬਣਾਈ ਰੱਖਦਾ ਹੈ, ਕਮਿਊਨੀਕੇਸ਼ਨ ਕਰਦਾ ਰਹਿੰਦਾ ਹੈ। ਤਾਂ ਜਦੋਂ ਉਹ ਗੱਲਬਾਤ ਕਰਦੇ ਹਨ, ਤਾਂ ਜਿਹੜੀ ਵਸਤੂ ਖਰੀਦੀ ਹੁੰਦੀ ਹੈ ਉਹਦੇ ਵਾਸਤੇ ਕੋਈ ਨਾ ਕੋਈ ਯੋਜਨਾ ਉਹਨਾਂ ਨੇ ਬਣਾਈ ਹੁੰਦੀ ਹੈ, ਤਾਂ ਜਿਹੜਾ ਸਟੋਰ ਮੈਨੇਜਰ ਹੈ ਤਾਂ ਉਸ ਯੋਜਨਾ ਨੂੰ ਲਾਗੂ ਕਰਦਾ ਹੈ। ਦੂਸਰਾ ਹੈ ਲੋਕਲ ਜਾਂ ਸਥਾਨਕ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਣਾ। ਸਟੋਰ ਮੈਨੇਜਰ ਲੋਕਲ ਆਸ-ਪਾਸ ਦੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਜ਼ਰੂਰ ਧਿਆਨ ਵਿੱਚ ਰੱਖਦਾ ਹੈ, ਕਿਉਂਕਿ ਜੇਕਰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖੇਗਾ ਤਾਂ ਹੀ ਆਸ-ਪਾਸ ਦੇ ਲੋਕ ਸਟੋਰ ਦੇ ਵਿੱਚ ਵਿਜ਼ਿਟ ਕਰਨਗੇ, ਕੁਝ ਚੀਜ਼ਾਂ ਖਰੀਦਣਗੇ। ਇਸ ਦੇ ਨਾਲ ਜਿਹੜੀਆਂ ਹੋਰ ਚੀਜ਼ਾਂ ਵੀ ਬ੍ਰਾਂਡਡ ਪਈਆਂ ਹਨ, ਵਧੀਆ ਕੁਆਲਿਟੀ ਦੀਆਂ ਪਈਆਂ ਹਨ, ਜਾਂ ਕੋਈ ਹੋਰ ਐਬਸਟਰੈਕਟ ਪ੍ਰੋਡਕਟ ਪਏ ਹਨ, ਉਹਨਾਂ ਨੂੰ ਵੀ ਖਰੀਦਦਾਰੀ ਉਹਦੀ ਹੋ ਸਕਦੀ ਹੈ, ਸੇਲ ਵੱਧ ਸਕਦੀ ਹੈ। ਦੂਸਰਾ ਤੁਸੀਂ ਇਹ ਦੇਖਦੇ ਹੋਵੋਗੇ, ਜਿਹੜਾ ਸੇਲਜ਼ ਮੈਨੇਜਰ ਪਿਕ ਦੇ ਵਿੱਚ ਦੇਖਿਆ ਬਹੁਤ ਹੀ ਹੈਪੀ ਮੂਡ ਵਿੱਚ। ਇਹਦਾ ਕਾਰਨ ਇਹ ਹੁੰਦਾ ਹੈ ਕਿ ਸਟੋਰ ਮੈਨੇਜਰ ਪਹਿਲਾਂ ਪੂਰੇ ਐਕਸਪੀਰੀਅੰਸ ਤੋਂ ਸਿੱਖ ਕੇ ਆਏ ਹੁੰਦੇ ਹਨ ਕਿ ਅਗਰ ਉਹ ਸਮਾਈਲਿੰਗ ਫੇਸ ਦੇ ਨਾਲ ਵਰਕ ਕਰਦੇ ਹਨ ਤਾਂ ਉਹਨਾਂ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹਿੰਦੀ ਹੈ। ਇਸ ਲਈ ਹਮੇਸ਼ਾ ਸਮਾਈਲਿੰਗ ਫੇਸ ਦੇ ਨਾਲ ਹੀ ਕੰਮ ਕਰਦੇ ਰਹਿੰਦੇ ਹਨ, ਅਤੇ ਸਾਨੂੰ ਵੀ ਹਮੇਸ਼ਾ ਸਮਾਈਲਿੰਗ ਫੇਸ ਦੇ ਨਾਲ ਹੀ ਲੋਕਾਂ ਦੇ ਨਾਲ ਪੇਸ਼ ਆਉਣਾ ਚਾਹੀਦਾ ਹੈ। ਤੀਸਰਾ, ਆਪਾਂ ਫਿਰ ਵਾਪਸ ਆਉਣੇ ਆ ਸਟੋਰ ਮੈਨੇਜਰ ਦੀ ਭੂਮਿਕਾ ਦੇ ਵਿੱਚ। ਤੀਸਰਾ ਜਿਹੜਾ ਕੰਮ ਇਹਨਾਂ ਦਾ ਹੁੰਦਾ ਹੈ, ਨਵੇਂ ਕਰਮਚਾਰੀਆਂ ਨੂੰ ਰੱਖਦੇ ਹਨ ਅਤੇ ਟ੍ਰੇਨਿੰਗ ਦਿੰਦੇ ਹਨ। ਠੀਕ ਹੈ, ਜਿਵੇਂ ਵੀ ਮੰਨ ਲਓ ਕੋਈ ਤਿਉਹਾਰ ਆਉਂਦਾ ਹੈ ਜਾਂ ਕੋਈ ਸੀਜ਼ਨ ਆਉਂਦਾ ਹੈ ਇਹਨਾਂ ਸੇਲ ਦੇ ਵਿੱਚ, ਤਾਂ ਉਸ ਲਈ ਨਵੇਂ ਕਰਮਚਾਰੀ ਰੱਖਣੇ ਜ਼ਰੂਰੀ ਹਨ, ਉਹਨਾਂ ਦੀ ਟ੍ਰੇਨਿੰਗ ਕਰਨੀ ਵੀ ਜ਼ਰੂਰੀ ਹੈ। ਸਟੋਰ ਮੈਨੇਜਰ ਪੁਰਾਣੇ ਕਰਮਚਾਰੀਆਂ ਦੀ ਟ੍ਰੇਨਿੰਗ ਨੂੰ ਵੀ ਮਹੱਤਤਾ ਦਿੰਦੇ ਹਨ, ਕਿਉਂਕਿ ਹਰ ਤੀਸਰੇ ਮਹੀਨੇ ਦੇ ਵਿੱਚ ਆਪਣੇ ਜਿਹੜੇ ਡਿਜ਼ਾਈਨ ਜਾਂ ਫੈਸ਼ਨ ਜਾਂ ਆਪਣਾ ਕਸਟਮਰ ਦੀ ਜਿਹੜੀ ਥਿੰਕਿੰਗ ਆ ਉਹ ਚੇਂਜ ਹੁੰਦੀ ਹੈ। ਤਾਂ ਇਸ ਲਈ ਜਿਹੜੇ ਕਰਮਚਾਰੀ ਪੁਰਾਣੇ ਹਨ ਉਹਨਾਂ ਦੀ ਵੀ ਟ੍ਰੇਨਿੰਗ ਹੁੰਦੀ ਰਹਿੰਦੀ ਹਨ। ਤਾਂ ਇਸ ਲਈ ਆਪਾਂ ਪੜ੍ਹਿਆ ਕਿ ਸਭ ਤੋਂ ਪਹਿਲਾਂ ਇੱਕ ਵਸਤੂ ਪ੍ਰਬੰਧਕ ਹੁੰਦਾ ਹੈ। ਵਸਤੂ ਪ੍ਰਬੰਧਕ ਸਾਰੀਆਂ ਪ੍ਰੋਡਕਟ ਦੀ ਲਿਸਟ ਬਣਾਉਂਦਾ ਹੈ, ਜਿਹੜੀਆਂ ਖਰੀਦੀਆਂ ਜਾਣੀਆਂ, ਕਿਹੜੇ ਸਟੋਰ ਦੇ ਵਿੱਚ ਕਦੋਂ ਪਹੁੰਚਣੀਆਂ ਚਾਹੀਦੀਆਂ, ਉਹਨਾਂ ਦੀ ਲਿਸਟ ਬਣਾਉਂਦਾ ਹੈ। ਉਸ ਤੋਂ ਬਾਅਦ ਇੱਕ ਖਰੀਦਦਾਰੀ ਟੀਮ ਹੁੰਦੀ ਹੈ ਜਿਹੜੀ ਕਿ ਪ੍ਰੋਡਕਟ ਨੂੰ ਖਰੀਦਦੀ ਹੈ। ਫਿਰ ਪ੍ਰੋਡਕਟ ਨੂੰ ਉੱਥੇ ਪਹੁੰਚਾਇਆ ਜਾਂਦਾ ਹੈ, ਸਟੋਰ ਦੇ ਵਿੱਚ ਪਹੁੰਚ ਜਾਂਦੀਆਂ ਹਨ। ਤਾਂ ਫਿਰ ਉਸ ਤੋਂ ਬਾਅਦ ਸਟੋਰ ਮੈਨੇਜਰ ਦੀ ਭੂਮਿਕਾ ਆ ਜਾਂਦੀ ਹੈ, ਜਿਹੜੀ ਕਿ ਸਟੋਰ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਧਿਆਨ ਵਿੱਚ ਰੱਖਦਾ ਹੈ ਅਤੇ ਸਟੋਰ ਦੀ ਜਿਹੜੀ ਕਾਰਗੁਜ਼ਾਰੀ ਨੂੰ ਬਹੁਤ ਵਧੀਆ ਤਰੀਕੇ ਨਾਲ ਚਲਾਉਂਦਾ ਹੈ। ਥੈਂਕ ਯੂ।